Hello everyone, I'm Dr. Satwinder Kaur and in today's lecture I'm going to teach you about the features of good tax system. This is part 1 of this lecture. In the next part I will teach you about the features of Indian tax system, in which we will compare the features of good tax system and its comparison with the Indian tax system, whether what are the defects or features of Indian tax system as compared to the good tax system. So, according to J.S. Mill, he is a very eminent economist. Tax system should be such that which has the least bad effect. So tax ਪ੍ਰਣਾਲੀ tax system ਇਹੋ ਜਿਹਾ ਹੋਣਾ ਚਾਹੀਦਾ ਜਿਹਦੇ ਵਿੱਚ ਘੱਟ ਤੋਂ ਘੱਟ bad, ਜਿਹਦੇ economy ਨੂੰ ਘੱਟ ਤੋਂ ਘੱਟ bad effect ਹੋਣ. So ਇਸ ਦੇ ਲਈ ਬੇਸਿਕਲੀ ਆਪਾਂ 1 by 1 ਫੀਚਰਸ ਕਰਾਂਗੇ ਕਿ ਕਿਹੜੇ ਰੀਜ਼ਨਸ ਨੇ, ਕਿਹੜੇ ਫੀਚਰਸ ਨੇ ਜਿਨ੍ਹਾਂ ਦੇ ਨਾਲ ਇਕੋਨਮੀ ਦੇ ਉੱਤੇ ਇਹਦੇ ਬੈਡ ਇੰਪੈਕਟ ਹੋਣਗੇ ਜਾਂ ਇੱਕ ਚੰਗਾ ਟੈਕਸ ਸਿਸਟਮ ਕਿਸ ਨੂੰ ਕਿਹਾ ਜਾਂਦਾ ਹੈ. ਸੋ ਫਸਟ ਫੀਚਰ ਹੈ ਕਿ ਇੱਕ ਚੰਗਾ ਟੈਕਸ ਸਿਸਟਮ ਉਹ ਸਿਸਟਮ ਹੈ ਜਿਹੜਾ ਇਕਨੋਮਿਕ ਡਿਵੈਲਪਮੈਂਟ ਨੂੰ ਪ੍ਰਮੋਟ ਕਰੇ, ਜਿਹਦੇ ਨਾਲ people are encouraged to do saving and investment. In other words, we can also say that ਕਿ ਇਹੋ ਜਿਹਾ ਟੈਕਸ ਸਿਸਟਮ ਹੋਣਾ ਚਾਹੀਦਾ ਜਿਹਦੇ ਨਾਲ ਇਕਨੋਮਿਕ ਸਰਪਲਸ ਨੂੰ ਮੋਬਿਲਾਈਜੇਸ਼ਨ ਮਿਲੇ, ਯੂਟੀਲਾਈਜੇਸ਼ਨ ਮਿਲੇ, ਲੋਕ ਆਪ ਐਨਕਰੇਜ ਹੋਣ ਬਿਜ਼ਨਸ ਦੇ ਵਿੱਚ ਪੈਸਾ ਲਗਾਉਣ ਨੂੰ. ਇਹੋ ਜਿਹਾ ਟੈਕਸ ਸਿਸਟਮ ਹੋਣਾ ਚਾਹੀਦਾ ਹੈ ਜਿਸ ਦੇ ਨਾਲ ਲੋਕਾਂ ਦੀ ਵਿਲਿੰਗਨੈਸ ਟੂ ਸੇਵ, ਵਰਕ ਐਂਡ ਇਨਵੈਸਟਮੈਂਟ ਵੀ ਇਨਕਰੀਜ਼ ਹੋਏ ਅਤੇ ਅਬਿਲਿਟੀ ਟੂ ਵਰਕ, ਸੇਵ ਐਂਡ ਇਨਵੈਸਟ ਵੀ ਇਨਕਰੀਜ਼ ਹੋਏ. ਇਹ ਕੀ ਹੁੰਦੀਆਂ ਨੇ ਚੀਜ਼ਾਂ, ਇਹ ਆਪਾਂ ਅੱਗੇ ਫਰਦਰ ਅਗਲੇ ਲੈਕਚਰ 'ਚ ਕਰਾਂਗੇ. ਬੇਸਿਕਲੀ ਵਿਲਿੰਗਨੈਸ ਦਾ ਮਤਲਬ ਕਿ ਇੱਛਾ ਕਿ ਲੋਕ ਬਿਜ਼ਨਸ ਦੇ ਵਿੱਚ ਪੈਸਾ ਲਗਾ ਰਹੇ ਨੇ, ਸੇਵ ਕਰ ਰਹੇ ਨੇ, ਇਨਵੈਸਟਮੈਂਟ ਕਰ ਰਹੇ ਨੇ, ਕੰਮ ਕਰਨ ਨੂੰ ਤਿਆਰ ਨੇ, ਵਿਲਿੰਗਨੈਸ ਉਹ. ਔਰ ਅਬਿਲਿਟੀ ਟੂ ਮਤਲਬ ਕਿ ਉਹ ਮੈਂਟਲੀ ਅਤੇ ਫਿਜ਼ੀਕਲੀ ਉਹਨਾਂ ਨੂੰ ਉਹਨਾਂ ਦੀ ਅਬਿਲਿਟੀ ਜਿਹੜੀ ਹੈ ਕੰਮ ਕਰਨ ਦੀ, ਸੇਵ ਕਰਨ ਦੀ ਅਤੇ ਇਨਵੈਸਟ ਕਰਨ ਦੀ ਇਨਕਰੀਜ਼ ਹੋ ਰਹੀ ਹੈ. ਸਿੰਪਲ ਮਤਲਬ ਇਹ ਹੈ ਇਸ ਦਾ ਕਿ ਜੇ ਟੈਕਸ ਰੇਟ ਬਹੁਤ ਜ਼ਿਆਦਾ ਹੋਏਗਾ, ਤੁਹਾਨੂੰ ਪਤਾ ਹੈ ਕਿ ਜੇ ਤੁਸੀਂ 1 ਲੱਖ ਰੁਪਇਆ ਮਹੀਨਾ ਅਰਨ ਕਰ ਰਹੇ ਹੋ, ਉਹਦੇ ਵਿੱਚ 70,000 ਰੁਪੀਜ਼ ਯੂ ਹੈਵ ਟੂ ਪੇ ਟੂ ਦ ਗਵਰਨਮੈਂਟ ਇਨ ਦ ਫੋਰਮ ਆਫ ਟੈਕਸ. ਤਾਂ ਤੁਹਾਡੀ ਵਿਲਿੰਗਨੈਸ ਵੀ ਕੰਮ ਕਰਨ ਦੀ ਘਟੇਗੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਕਮਾਈ ਦਾ ਕੋਈ ਬਹੁਤਾ ਫਾਇਦਾ ਨਹੀਂ ਹੋ ਰਿਹਾ, ਜ਼ਿਆਦਾ ਟੈਕਸ ਦੀ ਫੋਰਮ 'ਚ ਜਾ ਰਿਹਾ, ਅਤੇ ਤੁਸੀਂ ਉਨੇ ਹੀ ਪੈਸੇ ਆਪਣੀ ਜਾਂ ਆਪਣੇ ਬੱਚਿਆਂ ਦੀ ਐਜੂਕੇਸ਼ਨ 'ਤੇ ਘੱਟ ਲਗਾ ਰਹੇ ਹੋ, ਹੈਲਥ 'ਤੇ ਘੱਟ ਲਗਾ ਰਹੇ ਹੋ, ਅੱਛੀ ਡਾਈਟ ਤੁਸੀਂ ਨਹੀਂ ਖਾ ਪਾ ਰਹੇ ਕਿਉਂਕਿ ਟੈਕਸ ਦੀ ਫੋਰਮ ਦੇ ਵਿੱਚ ਤੁਸੀਂ ਜ਼ਿਆਦਾ ਪੇ ਕਰ ਰਹੇ ਹੋ. ਸੋ ਇਸ ਦੇ ਨਾਲ ਵਿਲਿੰਗਨੈਸ ਅਤੇ ਅਬਿਲਿਟੀ ਵਰਕ, ਸੇਵ ਅਤੇ ਇਨਵੈਸਟ ਦੀ ਡਿਕਰੀਜ਼ ਹੁੰਦੀ ਹੈ. ਸੋ ਇੱਕ ਚੰਗਾ ਟੈਕਸ ਸਿਸਟਮ ਉਹੀ ਸਿਸਟਮ ਹੈ ਜਿਹਦੇ ਨਾਲ ਵਿਲਿੰਗਨੈਸ ਟੂ ਵਰਕ, ਸੇਵ ਐਂਡ ਇਨਵੈਸਟ ਅਤੇ ਅਬਿਲਿਟੀ ਟੂ ਵਰਕ, ਸੇਵ ਐਂਡ ਇਨਵੈਸਟ ਐਨਕਰੇਜ ਹੋਏ, ਇਨਕਰੀਜ਼ ਹੋਏ. Next feature related to good tax system is that it should promote consumption in the desired level, desired direction. That means ਕਿ ਉਹ consumptions ਜਿਹੜੀ economy ਨੂੰ harm ਪਹੁੰਚਾ ਸਕਦੀਆਂ ਨੇ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੈ ਨਾ ਕਿ ਜਿਹੜਾ ਡਰਿੰਕਸ ਹੈ, ਅਲਕੋਹਲ, ਉਹਦੇ ਉੱਤੇ ਟੈਕਸ ਬਹੁਤ ਜ਼ਿਆਦਾ ਹੁੰਦਾ ਹੈ. ਉਸਦਾ ਰੀਜ਼ਨ ਇਹ ਹੁੰਦਾ ਹੈ ਉਹ ਇਸ ਲਈ ਮਹਿੰਗੀ ਵਿਕਦੀ ਹੈ, ਉਹਦੇ 'ਤੇ ਟੈਕਸ ਰੇਟ ਇਸ ਲਈ ਜ਼ਿਆਦਾ ਹੁੰਦਾ ਤਾਂ ਕਿ ਉਸਦਾ ਪ੍ਰਾਈਸ ਇਨਕਰੀਜ਼ ਹੋ ਜਾਏ ਅਤੇ ਲੋਕ ਜਿਹੜੇ ਨੇ, ਕੰਜ਼ਿਊਮਰਸ ਜਿਹੜੇ ਨੇ, ਉਸ ਨੂੰ ਘੱਟ ਪਰਚੇਜ਼ ਕਰ ਸਕਣ. ਇਸ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਹੁੰਦਾ ਕਿ ਉਸ ਦੀ ਬਣਾਉਣ ਦੇ ਉੱਤੇ ਉਹਦੀ ਕੋਸਟ ਬਹੁਤ ਆਉਂਦੀ ਹੈ, ਜਿਸ ਦੇ ਕਾਰਨ ਰਿਟਰਨ ਅਰਨ ਕਰਨ ਦੇ ਲਈ ਉਹਦਾ ਪ੍ਰਾਈਸ ਜ਼ਿਆਦਾ ਰੱਖਿਆ ਜਾਂਦਾ ਹੈ. ਉਸਦਾ ਬੇਸਿਕ ਰੀਜ਼ਨ ਇਹ ਹੁੰਦਾ ਕਿ ਗਵਰਨਮੈਂਟ ਨਹੀਂ ਚਾਹੁੰਦੀ ਜਾਂ ਦੇਸ਼ ਦੀ ਸਰਕਾਰ ਨਹੀਂ ਚਾਹੁੰਦੀ ਕਿ ਜਿਹੜੀਆਂ ਹਾਰਮਫੁਲ ਕਮੋਡਿਟੀਜ਼ ਨੇ ਉਹਨਾਂ ਦੀ ਕੰਜ਼ੰਪਸ਼ਨ ਇਨਕਰੀਜ਼ ਹੋਵੇ. ਸੋ ਇੱਕ ਚੰਗੇ ਟੈਕਸ ਸਿਸਟਮ ਉਹ ਹੁੰਦਾ ਹੈ ਜਿਹੜਾ ਕਿ ਉਹਨਾਂ ਚੀਜ਼ਾਂ ਦੀ ਕੰਜ਼ੰਪਸ਼ਨ ਪ੍ਰਮੋਟ ਕਰੇ ਜਿਹੜੀਆਂ ਵਧੀਆ ਨੇ ਅਤੇ ਉਹਨਾਂ ਦੀ ਡਿਕਰੀਜ਼ ਕਰੇ ਜਿਹੜੀਆਂ ਹਾਰਮਫੁਲ ਨੇ. Next feature of a good system is that there should be equal distribution of the income. That is ਕਿ ਇਹ ਨਹੀਂ ਹੋਣਾ ਚਾਹੀਦਾ ਕਿ ਗਰੀਬ ਦੇ ਉੱਤੇ ਜ਼ਿਆਦਾ ਭਾਰ ਪੈ ਰਿਹਾ ਜਾਂ ਅਮੀਰ 'ਤੇ ਜ਼ਿਆਦਾ ਭਾਰ ਪੈ ਰਿਹਾ. ਦੈਟ ਮੀਨਸ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਇਨਇਕੁਐਲਿਟੀਜ਼ ਸਿਸਟਮ ਦੇ ਵਿੱਚ ਜ਼ਿਆਦਾ ਪ੍ਰਮੋਟ ਨਾ ਹੋਣ. ਨੈਕਸਟ ਹੈ ਕਿ ਇੱਕ ਚੰਗੇ ਟੈਕਸ ਸਿਸਟਮ ਦਾ ਸਭ ਤੋਂ ਇੰਪੋਰਟੈਂਟ ਫੀਚਰ ਹੈ ਕਿ ਇਹਦੇ ਵਿੱਚ ਵਰਟੀਕਲ ਇਕੁਇਟੀ ਅਤੇ ਹੌਰੀਜ਼ੋਂਟਲ ਇਕੁਇਟੀ ਹੋਣੀ ਚਾਹੀਦੀ ਹੈ. ਨਾਓ ਵੀ ਵਿਲ ਡਿਸਕਸ 1 by 1 that is what is the vertical equity and what is the horizontal equity. First of all, we will start with the horizontal equity.
ਹੌਰੀਜ਼ੌਂਟਲ ਇਕੁਇਟੀ ਦਾ ਮਤਲਬ ਹੁੰਦਾ ਹੈ ਕਿ ਜੇ ਬੰਦੇ ਦੀ ਜਿਨ੍ਹਾਂ ਪਰਸਨਸ ਦੀ ਸੇਮ ਇਨਕਮ ਹੈ, ਲੈਵਲ ਆਫ ਇਨਕਮ ਸੇਮ ਹੈ, ਇਰਰਿਸਪੈਕਟਿਵ ਆਫ ਦ ਸੋਰਸ ਆਫ ਦਾ ਇਨਕਮ, ਕਿ ਕਿਹੜੇ ਸੈਕਟਰ ਤੋਂ ਇਨਕਮ ਆ ਰਹੀ ਹੈ, ਵੈਦਰ ਐਗਰੀਕਲਚਰ ਚੋਂ ਆ ਰਹੀ ਹੈ, ਸਰਵਿਸ ਸੈਕਟਰ ਚੋਂ ਆ ਰਹੀ ਹੈ, ਇੰਡਸਟਰੀ ਚੋਂ ਆ ਰਹੀ ਹੈ, ਬਟ ਇਨਕਮ ਸਾਰਿਆਂ ਦੀ ਸੇਮ ਹੈ। ਮੰਨ ਲਓ ਸਪੋਜ਼ 3 ਬੰਦੇ ਨੇ A, B ਐਂਡ C, ਪਹਿਲੇ ਦੀ ਅਰਨਿੰਗ 5 ਲੱਖ ਰੁਪਏ ਹੈ ਐਗਰੀਕਲਚਰ ਸੈਕਟਰ ਤੋਂ ਮੰਥ, ਦੂਸਰੇ ਦੀ ਅਰਨਿੰਗ 5 ਲੱਖ ਹੈ ਸਰਵਿਸ ਸੈਕਟਰ ਤੋਂ, ਤੇ ਤੀਸਰੇ ਦੀ ਅਰਨਿੰਗ 5 ਲੱਖ ਹੈ ਇੰਡਸਟਰੀ ਸੈਕਟਰ ਤੋਂ, ਤੇ ਤਿੰਨਾਂ ਦੇ ਉੱਤੇ ਇਕੁਅਲ ਅਮਾਊਂਟ ਆਫ ਟੈਕਸ ਲੱਗ ਰਿਹਾ ਤਾਂ ਹੋਏਗਾ ਕਿ ਹਾਂ ਹੌਰੀਜ਼ੌਂਟਲ ਇਕੁਇਟੀ ਹੈ। ਪਰ ਜੇਕਰ ਤਿੰਨਾਂ ਵਿੱਚੋਂ ਇਕੁਅਲ ਅਮਾਊਂਟ ਤੇ ਟੈਕਸ ਨਹੀਂ ਲੱਗਦਾ ਜਾਂ ਕੋਈ ਸੈਕਟਰ ਦੇ ਉੱਤੇ ਟੈਕਸ ਨਹੀਂ ਲੱਗਦਾ, ਜਿਵੇਂ ਫੋਰ ਐਗਜ਼ਾਮਪਲ ਇੰਡੀਆ ਦੇ ਵਿੱਚ ਐਗਰੀਕਲਚਰ ਅਰਨਿੰਗ ਦੇ ਉੱਤੇ ਐਗਰੀਕਲਚਰ ਇਨਕਮ ਟੈਕਸ ਨਹੀਂ ਲਗਾਇਆ ਜਾਂਦਾ ਬਿਕੋਜ਼ ਆਫ ਸਮ ਰੀਜ਼ਨਸ, ਬਿਕੋਜ਼ ਸਟੇਟ ਗਵਰਨਮੈਂਟਸ ਆਰ ਨਾਟ ਇੰਟਰਸਟਿਡ ਟੂ ਡੂ ਦਿਸ ਬਿਕੋਜ਼ ਆਫ ਵੇਰੀਅਸ ਰੀਜ਼ਨਸ, ਸਪੈਸੀਫਿਕਲੀ ਬਿਕੋਜ਼ ਆਫ ਦਾ ਵੋਟ ਬੈਂਕ। ਸੋ ਇਹ ਇੰਡੀਆ ਦੇ ਵਿੱਚ ਹੌਰੀਜ਼ੌਂਟਲ ਇਕੁਇਟੀ ਦੀ ਕਮੀ ਪਾਈ ਜਾਂਦੀ ਹੈ। ਨੈਕਸਟ ਹੈ ਵਰਟੀਕਲ ਇਕੁਇਟੀ। ਵਰਟੀਕਲ ਇਕੁਇਟੀ ਦਾ ਮਤਲਬ ਹੈ ਕਿ ਪੀਪਲ ਵਿਦ ਦ ਹਾਇਰ ਲੈਵਲ ਆਫ ਇਨਕਮ ਸ਼ੁੱਡ ਹੈਵ ਟੂ ਪੇ ਦ ਹਾਇਰ ਅਮਾਊਂਟ ਆਫ ਟੈਕਸ, ਪੀਪਲ ਵਿਦ ਦ ਲੋ ਲੈਵਲ ਆਫ ਇਨਕਮ ਸ਼ੁੱਡ ਹੈਵ ਟੂ ਪੇ ਦ ਲੋ ਅਮਾਊਂਟ ਆਫ ਟੈਕਸ। ਵੀ ਸਿੰਪਲ ਗੱਲ ਹੈ ਕਿ ਜੇ ਗਰੀਬ ਬੰਦਾ ਹੈ ਤਾਂ ਉਸਨੂੰ ਆਪਣੀ ਉਹਦੀ ਇਨਕਮ ਘੱਟ ਹੋਣ ਦੇ ਕਾਰਨ ਉਸਨੂੰ ਘੱਟ ਟੈਕਸ ਦੇਣਾ ਪਵੇ, ਤੇ ਅਮੀਰ ਬੰਦਾ ਹੈ ਤਾਂ ਉਸਨੂੰ ਇਨਕਮ ਜ਼ਿਆਦਾ ਹੋਣ ਦੇ ਕਾਰਨ ਆਟੋਮੈਟਿਕਲੀ ਜ਼ਿਆਦਾ ਟੈਕਸ ਦੇਣਾ ਪਏ। ਸੋ ਇੰਡੀਆ ਦੇ ਵਿੱਚ ਹੌਰੀਜ਼ੌਂਟਲ ਇਕੁਇਟੀ ਤੇ ਵਰਟੀਕਲ ਇਕੁਇਟੀ ਦੋਨਾਂ ਦੀ ਹੀ ਕਮੀ ਪਾਈ ਜਾਂਦੀ ਹੈ। ਰੀਜ਼ਨ ਇਹ ਹੈ ਕਿ ਚਾਹੇ ਇੰਡੀਅਨ ਟੈਕਸ ਸਿਸਟਮ ਦੇ ਫੀਚਰਸ ਦੇ ਵਿੱਚ ਜ਼ਿਆਦਾਤਰ ਕਿਤਾਬਾਂ ਵਿੱਚ ਤੁਹਾਨੂੰ ਇਹੀ ਦੇਖਣ ਨੂੰ ਮਿਲੇਗਾ ਕਿ ਉੱਥੇ ਪਹਿਲੀ ਲਾਈਨ ਲਿਖੀ ਹੁੰਦੀ ਹੈ ਕਿ ਇਟ ਇਜ਼ ਅ ਪ੍ਰੋਗਰੈਸਿਵ ਟੈਕਸ ਸਿਸਟਮ, ਕਿ ਮਤਲਬ ਕਿ ਵੱਧ ਆਮਦਨ ਵਾਲੇ ਤੇ ਵੱਧ ਤੇ ਘੱਟ ਆਮਦਨ ਵਾਲੇ ਤੇ ਘੱਟ ਲੱਗਦਾ ਹੈ। ਬਟ ਇੰਡੀਆ ਦੇ ਵਿੱਚ ਇੱਕ ਬਹੁਤ ਵੱਡਾ ਪ੍ਰਪੋਰਸ਼ਨ ਆਫ ਟੈਕਸਿਸ ਇਜ਼ ਆਫ ਇਨਡਾਇਰੈਕਟ ਟੈਕਸਿਸ, ਜਿਹਦਾ ਜ਼ਿਆਦਾ ਬਰਡਨ ਪੂਅਰ ਬੰਦੇ ਤੇ ਜਾਂਦਾ ਹੈ ਰਿਚ ਪਰਸਨ ਦੇ ਕੰਪੈਰੀਜ਼ਨ 'ਚ। ਇਸ ਨੂੰ ਆਪਾਂ ਇੱਕ ਸਿੰਪਲ ਐਗਜ਼ਾਮਪਲ ਦੇ ਨਾਲ ਐਕਸਪਲੇਨ ਕਰ ਸਕਦੇ ਹਾਂ, ਜਿਵੇਂ ਕਿ ਤੁਸੀਂ 5 ਰੁਪਏ ਦਾ ਟਾਈਗਰ ਦਾ ਪੈਕਟ ਪਰਚੇਜ਼ ਕਰਦੇ ਹੋ। ਜੇ ਤੁਸੀਂ ਪਰਚੇਜ਼ ਕਰਨਾ, ਮੰਨ ਲਓ ਤੁਸੀਂ ਕੋਈ ਮਿਡਲ ਕਲਾਸ ਫੈਮਿਲੀ ਨਾਲ ਬਿਲੋਂਗ ਕਰਦੇ ਹੋ, ਤੁਹਾਨੂੰ ਤਾਂ ਵੀ ਉਹਦੇ ਵਿੱਚ 5 ਰੁਪਏ ਦਾ ਹੀ ਉਹ ਮਿਲੇਗਾ। ਉੱਤੇ ਲਿਖਿਆ ਹੁੰਦਾ MRP ₹5 ਇਨਕਲੂਡਿਡ ਆਲ ਟੈਕਸਿਸ। ਇਸੇ ਤਰੀਕੇ ਦੇ ਨਾਲ ਜੇ ਅੰਬਾਨੀ ਦੇ ਮੁੰਡੇ ਨੇ ਖਰੀਦਣਾ ਜੇ ਮਾਰਕੀਟ ਦੇ ਵਿੱਚੋਂ ਟਾਈਗਰ ਦਾ ਪੈਕਟ, ਉਸਨੂੰ ਵੀ 5 ਰੁਪਏ ਦਾ ਮਿਲੇਗਾ। ਤੇ ਜੇ ਕਿਸੇ ਬੈਗਰ ਨੇ, ਭਿਖਾਰੀ ਨੇ ਖਰੀਦਣਾ, ਉਸਨੂੰ ਵੀ ਕੋਈ ਇਹ ਦੇਖ ਕੇ ਡਿਸਕਾਊਂਟ ਨਹੀਂ ਦਿੱਤਾ ਜਾਏਗਾ ਕਿ ਤੂੰ ਭਿਖਾਰੀ ਹੈ, ਤੂੰ ਟੈਕਸ ਨਾ ਪੇ ਕਰ। ਸੋ ਉਸਨੂੰ ਵੀ 5 ਰੁਪਏ ਦਾ ਹੀ ਮਿਲੇਗਾ। ਸੋ ਇਨਡਾਇਰੈਕਟ ਟੈਕਸਿਸ ਦੀ ਬਰਡਨ ਜ਼ਿਆਦਾ ਗਰੀਬ ਬੰਦੇ ਤੇ ਪੈਂਦੀ ਹੈ ਐਜ਼ ਕੰਪੇਅਰ ਟੂ ਦ ਰਿਚ ਪਰਸਨ। ਸੋ ਇੰਡੀਆ ਦੇ ਵਿੱਚ ਦੋਨੋਂ ਹੀ ਇਕੁਇਟੀਜ਼ ਦੀ ਕਮੀ ਪਾਈ ਜਾਂਦੀ ਹੈ। ਇਹ ਅਸੀਂ ਜ਼ਿਆਦਾਤਰ ਡਿਟੇਲਸ ਜਿਹੜੀਆਂ ਨੇ ਉਹ ਫੀਚਰਸ ਆਫ ਇੰਡੀਅਨ ਟੈਕਸ ਸਿਸਟਮ ਦੇ ਵਿੱਚ ਕਰਾਂਗੇ। ਫਿਲਹਾਲ ਆਪਾਂ ਗੁੱਡ ਟੈਕਸ ਸਿਸਟਮ ਦੇ ਫੀਚਰ ਕਰ ਰਹੇ ਹਾਂ। ਨੈਕਸਟ ਹੈ ਇੱਕ ਚੰਗਾ ਟੈਕਸ ਸਿਸਟਮ ਸਿੰਪਲ ਹੋਣਾ ਚਾਹੀਦਾ, ਉਹਦੇ 'ਚ ਕੰਪਲੀਕੇਸ਼ਨਸ ਨਹੀਂ ਹੋਣੇ ਚਾਹੀਦੇ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਿੰਨਾ ਟੈਕਸ ਪੇ ਕਰਨਾ ਹੈ, ਮੇਰੀ ਕਿੰਨੀ ਇਨਕਮ ਤੇ ਕਿੰਨਾ ਟੈਕਸ ਪੇ ਕਰਨਾ ਹੈ, ਉਸਦਾ ਕੀ ਰੇਟ ਹੈ, ਉਹ ਮੈਂ ਕਿੱਥੇ ਪੇ ਕਰਨਾ ਹੈ, ਉਸਦਾ ਪ੍ਰੋਸੀਜਰ ਕੀ ਹੈ ਐਂਡ ਆਲ। ਯੂਨੀਫਾਰਮ ਹੋਣਾ ਚਾਹੀਦਾ, ਮਤਲਬ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਰੇ ਦੇਸ਼ ਦੇ ਵਿੱਚੋਂ ਇੱਕੋ ਤਰੀਕੇ ਨਾਲ ਤੇ ਇੱਕੋ ਰੇਟ ਦੇ ਨਾਲ ਲਗਾਇਆ ਜਾਏ। ਜਿਵੇਂ ਪਹਿਲੇ ਵੈਲਿਊ ਐਡਿਡ ਟੈਕਸ ਸੀਗਾ ਇਨਡਾਇਰੈਕਟ ਟੈਕਸਿਸ 'ਚ, ਤੇ ਹੁਣ GST ਹੈ ਯੂਨੀਫਾਰਮ ਟੈਕਸ ਸਿਸਟਮ ਦਾ ਇੱਕ ਫੀਚਰ ਹੈ। ਨੈਕਸਟ ਹੈ ਟੈਕਸ ਸਿਸਟਮ ਸ਼ੁੱਡ ਆਲਸੋ ਪ੍ਰਮੋਟ ਓਨੈਸਟੀ। ਇਹੋ ਜਿਹਾ ਹੋਣਾ ਚਾਹੀਦਾ ਕਿ ਲੋਕ ਆਪ ਇਮਾਨਦਾਰੀ ਦੇ ਨਾਲ ਟੈਕਸ ਨੂੰ ਪੇ ਕਰਨ ਤੇ ਟੈਕਸ ਦੀ ਚੋਰੀ ਨਾ ਕਰਨ। ਸੋ ਇਹੋ ਜਿਹਾ ਸਿਸਟਮ ਹੋਣਾ ਚਾਹੀਦਾ। ਨੈਕਸਟ ਹੈ ਟੈਕਸ ਐਡਮਿਨਿਸਟ੍ਰੇਸ਼ਨ ਨੂੰ ਟੈਕਸ ਸਿਸਟਮ ਇਹੋ ਜਿਹਾ ਹੋਣਾ ਚਾਹੀਦਾ ਕਿ ਇਕਨੋਮਿਕਲ ਹੋਵੇ, ਕਿ ਇਹ ਨਾ ਹੋਵੇ ਕਿ ਟੈਕਸ ਇਕੱਠਾ ਕਰਨ ਦੇ ਉੱਤੇ ਖਰਚਾ ਜ਼ਿਆਦਾ ਆਵੇ ਤੇ ਟੈਕਸ ਤੋਂ ਕਮਾਈ ਘੱਟ ਹੋਵੇ। So these all are the main features of a good tax system. In the next lecture, I will teach you about the features of the Indian tax system. ਕਿ ਦੇ ਵਿੱਚ ਕੀ ਉਹ features ਦੇ ਵਿੱਚ ਆਪਾਂ ਇਹ ਨਹੀਂ ਕਿ ਅਸੀਂ ਅੱਛੀਆਂ ਗੱਲਾਂ ਹੀ ਕਰ ਰਹੇ ਹਾਂ features of, ਕਿਉਂਕਿ we are not talking about the good tax system. We will talk about the Indian tax system. Indian context ਦੇ ਵਿੱਚ ਆਪਾਂ ਗੱਲ ਕਰਾਂਗੇ। So ਉਹਦੇ ਵਿੱਚ we will compare about the what are the basic defects as well of Indian tax system. So if there will be any problem in this topic, you can mention in the comment section. I will reply them. Thank you so much.